हेलो स्टूडेंट्स, वेलकम टू माय चैनल एजुसाइड। ਅੱਜ ਇਹ ਵੀਡੀਓ ਮੈਂ +1 ਦੇ ਇੰਗਲਿਸ਼ ਸਬਜੈਕਟ ਨੂੰ ਲੈ ਕੇ ਬਣਾ ਰਹੀ ਹਾਂ। ਅੱਜ ਅਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਬੁੱਕ ਪੈਨੋਰਮਾ ਆਫ ਲਾਈਫ ਦੇ ਫਰਸਟ ਲੈਸਨ ਜੈਂਡਰ ਬਾਇਸ ਨੂੰ ਵਰਡ ਟੂ ਵਰਡ ਰੀਡ ਕਰਾਂਗੇ। ਮੇਰੀ ਇਹ ਵੀਡੀਓ ਉਹਨਾਂ ਵਿਦਿਆਰਥੀਆਂ ਲਈ ਹੈ ਜੋ ਕੋਵਿਡ-19 ਦੀ ਵਜ੍ਹਾ ਨਾਲ ਘਰ ਬੈਠ ਕੇ ਸਟੱਡੀ ਕਰ ਰਹੇ ਹਨ। ਹੋਪ ਤੁਹਾਨੂੰ ਇਹ ਵੀਡੀਓ ਲੈਸਨ ਸਮਝਣ ਵਿੱਚ ਮਦਦ ਕਰੇਗੀ। So, before starting the lesson, I would like to give a small intro of the writer of this essay, Sudha Murthy. Sudha Murthy ਇੱਕ ਫੇਮਸ ਪਰਸਨੈਲਿਟੀ ਹਨ। ਉਹ ਇਨਫੋਸਿਸ ਫਾਊਂਡੇਸ਼ਨ ਦੀ ਚੇਅਰਪਰਸਨ ਹਨ। ਇਸ ਤੋਂ ਇਲਾਵਾ ਉਹ ਇੱਕ ਸਮਾਜ ਸੇਵਿਕਾ ਵੀ ਹਨ। ਉਹਨਾਂ ਨੇ ਬਹੁਤ ਸਾਰੇ ਅਨਾਥਾਲय ਖੋਲ੍ਹੇ। ਉਹਨਾਂ ਨੇ ਪੇਂਡੂ ਵਿਕਾਸ ਦੇ ਵਿੱਚ ਵੀ ਕਾਫੀ ਯੋਗਦਾਨ ਦਿੱਤਾ। ਕਰਨਾਟਕਾ ਦੇ ਸਰਕਾਰੀ ਸਕੂਲਾਂ ਵਿੱਚ ਕੰਪਿਊਟਰ ਅਤੇ ਲਾਇਬ੍ਰੇਰੀ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਤੋਂ ਇਲਾਵਾ ਜਿਸ ਦੇ ਲਈ ਉਹ ਬਹੁਤ ਹੀ ਜਾਣੇ ਮਾਨੇ ਨੇ ਉਹ ਇਹ ਹੈ ਕਿ ਉਹ ਕੰਨੜ ਅਤੇ ਅੰਗਰੇਜ਼ੀ ਭਾਸ਼ਾ ਦੀ ਲੇਖਿਕਾ ਹਨ। ਉਹਨਾਂ ਦੀ ਜਿਹੜੀ ਸਟੋਰੀਜ਼ ਲਿਖਦੇ ਹਨ, ਜੋ ਉਹਨਾਂ ਦੀ ਸਟੋਰੀਜ਼ ਹੈ ਉਹ ਆਮ ਆਦਮੀ ਅਤੇ ਉਸਦੇ ਸਮਾਜਿਕ ਮੁੱਦਿਆਂ ਦੇ ਨਾਲ ਸੰਬੰਧ ਰੱਖਦੀ ਹੈ। ਹੁਣ ਅਸੀਂ ਲੈਸਨ ਵੱਲ ਮੂਵ ਹੁੰਦੇ ਹਾਂ। ਲੈਸਨ ਹੈ ਜੈਂਡਰ ਬਾਇਸ। ਪਹਿਲੇ ਤਾਂ ਆਪਾਂ ਜੈਂਡਰ ਬਾਇਸ ਦਾ ਮੀਨਿੰਗ ਸਮਝ ਲੈਂਦੇ ਹਾਂ। ਜੈਂਡਰ ਬਾਇਸ ਦਾ ਮਤਲਬ ਹੁੰਦਾ ਹੈ ਜਦ ਅਸੀਂ ਲਿੰਗ ਦੇ ਆਧਾਰ 'ਤੇ ਭੇਦਭਾਵ, ਜਦ ਅਸੀਂ ਲਿੰਗ ਦੇ ਆਧਾਰ 'ਤੇ ਪੱਖਪਾਤ ਦੀ ਗੱਲ ਕਰਦੇ ਹਾਂ। ਲਿੰਗ ਮਤਲਬ ਕਿ ਇੱਕ ਮੁੰਡਾ ਅਤੇ ਇੱਕ ਕੁੜੀ, ਜਾਂ ਆਪਾਂ ਕਹਿ ਸਕਦੇ ਇੱਕ ਆਦਮੀ ਜਾਂ ਇੱਕ ਔਰਤ, ਇਹਨਾਂ ਦੇ ਲਿੰਗ ਦੇ ਆਧਾਰ 'ਤੇ ਜਦ ਇਹਨਾਂ ਨਾਲ ਕੋਈ ਪੱਖਪਾਤ ਕੀਤਾ ਜਾਂਦਾ ਹੈ, ਇਹ ਉਸ ਦੇ ਬਾਰੇ ਵਿੱਚ ਹੈ। ਠੀਕ ਹੈ, ਇਹ ਜਿਹੜਾ ਐਸੇ ਹੈ ਸੁਧਾ ਮੂਰਤੀ ਜੀ ਨੇ ਆਪਣੀ ਲਾਈਫ 'ਚੋਂ ਲਿਆ ਹੈ। ਇੱਕ ਲਾਈਫ ਦਾ ਇੰਸਟੈਂਸ ਹੈ ਅਤੇ ਉਹਦੇ 'ਤੇ ਹੀ ਇਹ ਬਣਿਆ ਹੋਇਆ ਹੈ ਅਤੇ ਅਸੀਂ ਇਹਨੂੰ ਸ਼ੁਰੂ ਕਰਦੇ ਹਾਂ। It was long time ago. I was young and bright, bold and idealistic. So, ਇਹ ਕਾਫੀ ਪਹਿਲਾਂ ਦੀ ਗੱਲ ਸੀ। ਮੈਂ ਨੌਜਵਾਨ ਸੀ। ਯੰਗ ਮਤਲਬ ਨੌਜਵਾਨ, ਬ੍ਰਾਈਟ ਮਤਲਬ ਹੋਣਹਾਰ ਸੀ, ਇੰਟੈਲੀਜੈਂਟ ਸੀਗੇ ਇਹ, ਬੋਲਡ ਸੀ ਯਾਨੀ ਕਿ ਨਿਡਰ ਸੀ, ਅਤੇ ਆਈਡੀਅਲਿਸਟਿਕ ਮਤਲਬ ਆਦਰਸ਼ਵਾਦੀ ਸਨ। ਅਤੇ ਇਹਨਾਂ ਨੇ ਆਪਣੇ ਬਾਰੇ ਵਿੱਚ ਦੱਸਿਆ ਹੈ ਕਿ ਇਹ ਮੇਰੇ 'ਚ ਕੁਆਲਿਟੀਜ਼ ਸੀਗੀਆਂ। I was in the final year of my master's course in computer science at the Indian Institute of Science in Bangalore. ਇਹ ਉਸ ਟਾਈਮ ਆਪਣੇ ਮਾਸਟਰਸ ਕੋਰਸ ਕਰ ਰਹੀ ਸੀ ਕੰਪਿਊਟਰ ਸਾਇੰਸ ਦੇ ਵਿੱਚ, ਅਤੇ ਉਸ ਦੇ ਦੂਜੇ ਸਾਲ ਵਿੱਚ ਸੀਗੇ। ਔਰ ਇਹ ਬੈਂਗਲੌਰ ਵਿੱਚ ਜਿਹੜਾ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਹੈ, ਜਿਹਨੂੰ ਉਸ ਟਾਈਮ ਟਾਟਾ ਇੰਸਟੀਚਿਊਟ ਤੋਂ ਜਾਣਿਆ ਜਾਂਦਾ ਸੀ, ਉਹਦੇ ਵਿੱਚ ਇਹ ਮਾਸਟਰਸ ਕੋਰਸ ਕਰ ਰਹੇ ਸੀਗੇ, ਯਾਨੀ ਮਾਸਟਰਸ ਕਰ ਰਹੇ ਸੀਗੇ। ਠੀਕ ਹੈ। ਲਾਈਫ ਵਾਜ਼ ਫੁੱਲ ਆਫ ਫਨ ਐਂਡ ਜੋਏ। ਆਈ ਡਿਡਨਟ ਨੋ ਵਾਟ ਹੈਲਪਲੈਸ ਔਰ ਇਨਜਸਟਿਸ ਮੀਨ। ਯਾਨੀ ਇਹਨਾਂ ਦਾ ਜਿਹੜੀ ਲਾਈਫ ਸੀਗੀ ਉਹ ਪੂਰੀ ਮੌਜ ਮਸਤੀ ਭਰੀ ਸੀਗੀ। ਜਿਵੇਂ ਇੱਕ ਨੌਜਵਾਨ ਵਿਅਕਤੀ ਹੁੰਦਾ ਹੈ, ਕਾਲਜ ਜੁਆਇਨ ਕਰਦਾ ਹੈ, ਉਹਦੀ ਲਾਈਫ ਬਿਲਕੁਲ ਟੈਨਸ਼ਨ ਫਰੀ ਹੁੰਦੀ ਹੈ। ਸੋ ਉਹ ਕਹਿੰਦੇ ਨੇ ਕਿ ਮੈਨੂੰ ਪਤਾ ਹੀ ਨਹੀਂ ਸੀਗਾ ਕਿ ਹੈਲਪਲੈਸਨੈਸ ਯਾਨੀ ਕਿ ਲਾਚਾਰੀ ਕੀ ਹੁੰਦੀ ਹੈ, ਇਨਜਸਟਿਸ ਯਾਨੀ ਕਿ ਅਨਿਆਏ ਕੀ ਹੁੰਦਾ ਹੈ। ਯਾਨੀ ਉਹਨਾਂ ਦੀ ਲਾਈਫ ਜਿੱਦਾਂ ਇੱਕ ਕਾਲਜ ਸਟੂਡੈਂਟ ਦੀ ਆਪਾਂ ਕਹਿ ਲੈਂਦੇ ਹਾਂ ਕਿ ਬਿਲਕੁਲ ਫਰੀ ਲਾਈਫ ਸੀਗੀ, ਫਰੀ ਮਾਈਂਡ ਹੋ ਕੇ ਉਹ ਆਪਣੀ ਪੜ੍ਹਾਈ ਕਰ ਰਹੇ ਸੀ। ਇਟ ਵਾਜ਼ ਪ੍ਰੋਬੇਬਲੀ ਦ ਅਪ੍ਰੈਲ ਆਫ 1974। ਇਹ 1974 ਦੀ ਗੱਲ ਹੈ, ਅਪ੍ਰੈਲ ਮਹੀਨੇ ਦੀ। ਬੈਂਗਲੋਰ ਵਾਜ਼ ਗੈਟਿੰਗ ਵਾਰਮ ਐਂਡ ਗੁਲਮੋਹਰਸ ਵਰ ਬਲੂਮਿੰਗ ਐਟ ਦ IISc ਕੈਂਪਸ। ਯਾਨੀ ਜੋ ਉਹਨਾਂ ਦਾ ਕਾਲਜ ਦਾ ਪਰਿਸਰ ਸੀਗਾ ਉਹਦੇ ਵਿੱਚ, ਮਤਲਬ ਬੈਂਗਲੋਰ ਵਿੱਚ ਗਰਮੀ ਵੱਧ ਰਹੀ ਸੀ, ਤਾਂ ਉਹਨਾਂ ਦੇ ਜਿਹੜਾ ਕਾਲਜ ਹੈ ਉਹਦੇ ਪਰਿਸਰ ਵਿੱਚ ਗੁਲਮੋਹਰ ਦੇ ਦਰਖਤ ਲੱਗੇ ਹੋਏ ਸੀ, ਜੋ ਕਿ ਫੁੱਲਾਂ ਨਾਲ ਭਰ ਗਏ ਸੀਗੇ। ਠੀਕ ਹੈ, ਬਲੂਮਿੰਗ ਯਾਨੀ ਫੁੱਲ ਖਿੜ ਰਹੇ ਸੀ ਗੁਲਮੋਹਰ ਦੇ ਉਹਨਾਂ 'ਤੇ। I was the only girl in my post graduate department. ਉਹ ਆਪਣੇ ਜੋ ਪੋਸਟ ਗ੍ਰੈਜੂਏਸ਼ਨ ਉਹ ਕਰ ਰਹੇ ਸੀਗੇ ਅਤੇ ਉਹਦੇ ਵਿੱਚ ਉਹ ਇਕੱਲੇ ਕੁੜੀ ਸੀਗੇ। ਉਸ ਤੋਂ ਇਲਾਵਾ ਜਿੰਨੇ ਉਹਨਾਂ ਦੇ ਸਾਥੀ ਸੀਗੇ ਉਹ ਸਾਰੇ ਮੇਲ ਪਰਸਨ ਸੀਗੇ। ਐਂਡ ਵਾਜ਼ ਸਟੇਇੰਗ ਐਟ ਦ ਲੇਡੀਜ਼ ਹੋਸਟਲ। ਉਸ ਟਾਈਮ ਲੜਕੀਆਂ ਦੇ ਹੋਸਟਲ ਵਿੱਚ ਰਹਿ ਰਹੇ ਸੀ, ਕਿਉਂਕਿ ਉਹ ਹੁਬਲੀ ਨੂੰ ਬਿਲੋਂਗ ਕਰਦੇ ਸੀਗੇ। ਇਸ ਕਰਕੇ ਬੈਂਗਲੌਰ ਜਦੋਂ ਆਏ ਅਤੇ ਉਹਨਾਂ ਨੇ ਲੜਕੀਆਂ ਦਾ ਜਿਹੜਾ ਹੋਸਟਲ ਹੈ ਉਹਦੇ ਵਿੱਚ ਆਪਣੀ ਰਿਹਾਇਸ਼ ਰੱਖੀ। ਅਦਰ ਗਰਲਸ ਵਰ ਪਰਸੂਇੰਗ ਰਿਸਰਚ ਇਨ ਡਿਫਰੈਂਟ ਡਿਪਾਰਟਮੈਂਟਸ ਆਫ ਸਾਇੰਸ। ਜਿਹੜੀਆਂ ਬਾਕੀ ਦੀਆਂ ਕੁੜੀਆਂ ਸੀਗੀਆਂ ਉਹਨਾਂ ਨੇ ਮਤਲਬ ਮਾਸਟਰਸ ਦੀ ਜਗ੍ਹਾ ਕੀ ਉਹਨਾਂ ਨੇ ਚੂਜ਼ ਕੀਤਾ, ਉਹ ਸਾਇੰਸ ਦੇ ਵਿਭਿੰਨ ਵਿਭਾਗਾਂ ਵਿੱਚ
ਖੋਜ ਕਾਰਜ ਕਰ ਰਹੀਆਂ ਸੀ, ਠੀਕ ਹੈ, ਯਾਨੀ ਮਾਸਟਰਸ ਉਹ ਇਕੱਲੇ ਕਰ ਰਹੇ ਸੀ ਆਪਣੀ ਪੂਰੀ ਕਲਾਸ ਵਿੱਚ। I was looking forward to going abroad to complete a doctorate in computer science, ਠੀਕ ਹੈ। ਇਹਦਾ ਮਤਲਬ ਹੈ ਕਿ ਉਹ ਅੱਗੇ ਕੀ ਸੋਚਿਆ ਹੋਇਆ ਸੀ ਉਹਨਾਂ ਨੇ। ਉਹ ਕਹਿੰਦੇ ਮੈਂ ਅੱਗੇ ਸੋਚਿਆ ਹੋਇਆ ਸੀਗਾ ਕਿ ਮੈਂ PhD ਕਰਾਂਗੀ। ਡਾਕਟਰੇਟ ਹੁੰਦਾ PhD ਦੀ ਉਪਾਧੀ, ਜਦੋਂ ਅਸੀਂ ਕਿਸੇ ਫੀਲਡ ਵਿੱਚ ਬਹੁਤ ਜ਼ਿਆਦਾ ਅਸੀਂ ਸਟੱਡੀ ਕਰਦੇ ਹਾਂ, ਠੀਕ ਹੈ, ਅਤੇ ਸਾਨੂੰ ਡਾਕਟਰੇਟ ਦੀ ਡਿਗਰੀ ਮਿਲਦੀ ਹੈ। ਅਤੇ ਉਹ ਕੰਪਿਊਟਰ ਸਾਇੰਸ ਦੇ ਵਿਸ਼ੇ ਵਿੱਚ ਡਾਕਟਰੇਟ ਕਰਨ ਦੇ ਇੱਛੁਕ ਸੀਗੇ। ਉਹਦੇ ਲਈ ਉਹ ਅਬਰੋਡ ਜਾਣ ਦੇ ਇੱਛੁਕ ਸੀਗੇ, ਯਾਨੀ ਉਹਨਾਂ ਦਾ ਪਲਾਨ ਸੀਗਾ ਕਿ ਉਹ ਵਿਦੇਸ਼ ਜਾ ਕੇ ਡਾਕਟਰੇਟ ਕਰਨਗੇ। I had been offered scholarship from universities in the US, ਅਤੇ ਉਹਨਾਂ ਨੂੰ ਕਾਫੀ ਜਿਹੜੀ US ਦੀ ਯੂਨੀਵਰਸਿਟੀ ਸੀ ਉਹਨਾਂ ਤੋਂ ਸਕੋਲਰਸ਼ਿਪਸ ਵੀ ਆਫਰ ਹੋਈ ਸੀ। ਸਕੋਲਰਸ਼ਿਪ ਮਤਲਬ ਵਜ਼ੀਫੇ, ਠੀਕ ਹੈ। I hadn't thought of taking up a job in India, ਕਿ ਉਹਨਾਂ ਨੇ ਇੰਡੀਆ ਵਿੱਚ ਜੋਬ ਕਰਨ ਦਾ ਸੋਚਿਆ ਵੀ ਨਹੀਂ ਸੀਗਾ। One day while on the way to my hostel from our lecture hall complex, I saw an advertisement on the notice board. ਇੱਕ ਦਿਨ ਕੀ ਹੋਇਆ, ਜਦ ਮੈਂ ਆਪਣੇ ਲੈਕਚਰ ਹਾਲ ਕੰਪਲੈਕਸ ਯਾਨੀ ਲੈਕਚਰ ਜਿੱਥੇ ਲੱਗਦੇ ਸੀ ਉਹ ਭਵਨ ਤੋਂ ਮੈਂ ਆਪਣੇ ਹੋਸਟਲ ਦੀ ਤਰਫ ਆ ਰਹੀ ਸੀ, ਉਸ ਰਸਤੇ ਵਿੱਚ ਸੀ, ਮੈਂ ਇੱਕ ਨੋਟਿਸ ਬੋਰਡ 'ਤੇ ਇੱਕ ਐਡਵਰਟੀਜ਼ਮੈਂਟ ਹੁੰਦੀ ਜਦੋਂ ਅਸੀਂ ਵਿਗਿਆਪਨ ਦੇਖਦੇ ਹਾਂ ਜਾਂ ਅਸੀਂ ਇਸ਼ਤਿਹਾਰ ਦੇਖਦੇ ਹਾਂ, ਉਹ ਦੇਖਿਆ, ਠੀਕ ਹੈ। It was a standard job requirement notice from the famous automobile company Telco, now Tata Motors, ਠੀਕ ਹੈ। ਉਹ ਕੀ ਸੀਗਾ, ਉਹ ਇਸ਼ਤਿਹਾਰ ਕਾਹਦੇ ਬਾਰੇ ਸੀ, ਉਹ ਇੱਕ ਖਾਸ ਨੌਕਰੀ ਦੇ ਲਈ ਸੀ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਸਾਨੂੰ ਮਤਲਬ ਵਿਅਕਤੀ ਦੀ ਲੋੜ ਹੈ। ਉਹ ਕਿਹਦੇ ਦੁਆਰਾ ਦਿੱਤਾ ਗਿਆ ਸੀ, ਇੱਕ ਫੇਮਸ ਆਟੋਮੋਬਾਈਲ ਹੁੰਦੀ ਹੈ ਜਿਹੜੀ ਮੋਟਰ ਕਾਰਾਂ ਬਣਾਉਂਦੀ ਹੈ ਨਾ ਕੰਪਨੀ, ਉਹਨਾਂ ਨੂੰ ਆਟੋਮੋਬਾਈਲ ਕੰਪਨੀਆਂ ਕਹਿੰਦੇ ਆ। ਕਿਹੜੀ ਕੰਪਨੀ ਸੀ, ਉਹ ਟੈਲਕੋ, ਜਿਸ ਨੂੰ ਹੁਣ ਅਸੀਂ ਟਾਟਾ ਮੋਟਰਸ ਕਹਿੰਦੇ ਆ। ਸੋ ਟੈਲਕੋ ਵੱਲੋਂ ਉਹ ਐਡਵਰਟੀਜ਼ਮੈਂਟ ਦਿੱਤੀ ਗਈ ਸੀ। It stated that the company required young, bright engineers, hard-working and with an excellent academic background extra, ਠੀਕ ਹੈ। ਉਸ ਦੇ ਵਿੱਚ ਇਹ ਲਿਖਿਆ ਗਿਆ ਸੀਗਾ ਕਿ ਕੰਪਨੀ ਨੂੰ ਨੌਜਵਾਨ, ਯੰਗ ਮਤਲਬ ਨੌਜਵਾਨ, ਬ੍ਰਾਈਟ ਮਤਲਬ ਜਿਵੇਂ ਦੱਸਿਆ ਸੀ ਹੁਸ਼ਿਆਰ, ਠੀਕ ਹੈ, ਇੰਜੀਨੀਅਰ ਤਾਂ ਤੁਹਾਨੂੰ ਪਤਾ ਹੀ ਕੀ ਹੁੰਦਾ ਹੈ, ਠੀਕ ਹੈ, ਔਰ ਇੰਜੀਨੀਅਰਾਂ ਦੀ ਲੋੜ ਹੈ ਜੋ ਕਿ ਬਹੁਤ ਹੀ ਮਿਹਨਤੀ ਹੋਣ, ਠੀਕ ਹੈ। ਵਿਦ ਐਨ ਐਕਸੀਲੈਂਟ ਮਤਲਬ ਉਹਨਾਂ ਦਾ ਪੜ੍ਹਾਈ ਦੀ ਉਹਨਾਂ ਦੀ ਬੈਕਗਰਾਊਂਡ ਬਹੁਤ ਅੱਛੀ ਹੋਣੀ ਚਾਹੀਦੀ ਹੈ, ਠੀਕ ਹੈ। At the bottom was a small line, lady candidates need not apply. ਇਸ ਦਾ ਮਤਲਬ ਹੈ ਕਿ ਮਤਲਬ ਉਹਦੇ ਐਂਡ ਵਿੱਚ ਐਡਵਰਟੀਜ਼ਮੈਂਟ ਦੇ ਐਂਡ ਵਿੱਚ ਇੱਕ ਛੋਟੀ ਜਿਹੀ ਲਾਈਨ ਲਿਖੀ ਸੀ ਕਿ ਜਿਹੜੀ ਲੇਡੀਜ਼ ਹੈ ਯਾਨੀ ਕਿ ਲੜਕੀਆਂ ਹੈ ਉਹਨਾਂ ਨੂੰ ਅਰਜੀ ਦੇਣ ਦੀ ਲੋੜ ਨਹੀਂ ਹੈ, ਯਾਨੀ ਕਿ ਉਹ ਅਰਜੀ ਨਾ ਭੇਜਣ, ਯਾਨੀ ਇਸ ਜੋਬ ਦੇ ਲਈ ਉਹਨਾਂ ਨੂੰ ਸਿਰਫ ਮੇਲ ਪਰਸਨ ਹੀ ਰਿਕੁਆਇਰਡ ਸੀਗੇ। I read it and was very upset. ਮੈਂ ਇਹ ਪੜ੍ਹਿਆ ਔਰ ਮੈਂ ਬਹੁਤ ਅਪਸੈਟ ਹੋ ਗਈ। ਇਹ ਸੁਧਾ ਮੂਰਤੀ ਜੀ ਕਹਿੰਦੇ ਕਿ ਮਤਲਬ ਮੈਂ ਪੜ੍ਹਿਆ, ਮੈਨੂੰ ਬਹੁਤ ਮਤਲਬ ਅਪਸੈਟ ਹੋ ਗਏ, ਪਰੇਸ਼ਾਨ ਹੋ ਗਏ। ਫॉर द फर्स्ट टाइम इन लाइफ आई वाज अप अगेंस्ट जेंडर डिस्क्रिमिनेशन, ਕਿ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਲਿੰਗ ਦੇ ਆਧਾਰ 'ਤੇ ਪੱਖਪਾਤ ਦਾ ਸਾਹਮਣਾ ਕੀਤਾ ਸੀਗਾ। Though I was not keen on taking up the job, I saw it as a challenge. ਕਹਿੰਦੇ ਭਾਵੇਂ ਮੈਂ ਇੰਡੀਆ ਵਿੱਚ ਜੋਬ ਨਹੀਂ ਕਰਨਾ ਚਾਹੁੰਦੀ, ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਉਹਨਾਂ ਦਾ ਪਲਾਨ ਸੀਗਾ ਕਿ ਅਬਰੋਡ ਜਾ ਕੇ ਬਾਹਰ ਜਾ ਕੇ ਉਹਨਾਂ ਨੇ ਡਾਕਟਰੇਟ ਦੇ ਲਈ ਕੰਪਿਊਟਰ ਵਿੱਚ ਸਾਇੰਸ ਵਿੱਚ ਡਾਕਟਰੇਟ ਕਰਨੀ ਸੀ, ਤਾਂ ਉਹਨਾਂ ਦਾ ਇੰਡੀਆ 'ਚ ਜੋਬ ਕਰਨ ਦਾ ਵੀ ਕੋਈ ਵਿਚਾਰ ਨਹੀਂ ਸੀਗਾ। ਲੇਕਿਨ ਉਹਨਾਂ ਨੇ ਇਹਨੂੰ ਇੱਕ ਚੈਲੰਜ ਦੇ ਤੌਰ 'ਤੇ ਯਾਨੀ ਕਿ ਚੁਣੌਤੀ ਦੇ ਤੌਰ 'ਤੇ ਦੇਖਿਆ। I had done extremely well in academics, better than most of my male peers. ਯਾਨੀ ਕਿ ਮੈਂ ਆਪਣੇ ਜੋ ਉਹਨਾਂ ਦੇ ਨਾਲ ਜਿਹੜੇ ਉਹ ਕਹਿੰਦੇ ਆ ਕਿ ਜੋ ਮਤਲਬ ਮੇਰੇ ਨਾਲ ਦੇ ਲੜਕੇ ਸੀ ਉਹਨਾਂ ਦੇ ਕੰਪੈਰੇਟਿਵਲੀ ਉਹਨਾਂ ਦੀ ਤੁਲਨਾ ਵਿੱਚ ਮੈਂ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀਗੀ ਔਰ ਉਹਨਾਂ ਤੋਂ ਬਹੁਤ ਹੀ ਵਧੀਆ ਸੀਗੀ। Little did I know then that in real life academics excellence is not enough to be successful. ਕਿ ਮਤਲਬ ਮੈਨੂੰ ਇਹ ਨਹੀਂ ਪਤਾ ਸੀਗਾ, ਮੈਨੂੰ ਨਹੀਂ ਪਤਾ ਸੀਗਾ ਕਿ ਅਸਲੀ ਜ਼ਿੰਦਗੀ 'ਚ ਰੀਅਲ ਲਾਈਫ ਮਤਲਬ ਅਸਲੀ ਜ਼ਿੰਦਗੀ ਵਿੱਚ ਅਕੈਡਮਿਕ ਯਾਨੀ ਪੜ੍ਹਾਈ 'ਚ ਐਕਸਲੈਂਸ ਮਤਲਬ ਬਹੁਤ ਵਧੀਆ ਕਰਨਾ, ਪੜ੍ਹਾਈ ਵਿੱਚ ਵਧੀਆ ਕਰਨਾ ਹੀ ਇਨਫ ਨਹੀਂ ਸੀਗਾ, ਕਾਫੀ ਨਹੀਂ ਸੀਗਾ ਇੱਕ ਸਕਸੈਸਫੁਲ ਹੋਣ ਨੂੰ, ਠੀਕ ਹੈ, ਕਿ ਅੱਗੇ ਵਧਣ ਨੂੰ ਸਿਰਫ ਪੜ੍ਹਾਈ ਵਿੱਚ ਹੀ ਵਧੀਆ ਹੋਣਾ ਨਹੀਂ ਕਾਫੀ ਸੀਗਾ ਤਰੱਕੀ ਦੇ ਲਈ। ਆਫਟਰ ਰੀਡਿੰਗ ਦ ਨੋਟਿਸ ਆਈ ਵੈਂਟ ਫਿਊਮਿੰਗ ਟੂ ਮਾਈ ਰੂਮ, ਮਤਲਬ ਮੈਂ ਜਦ ਨੋਟਿਸ ਪੜ੍ਹਿਆ ਅਤੇ ਮੈਂ ਲਾਲ ਪੀਲੀ ਹੋ ਕੇ ਬਿਲਕੁਲ ਗੁੱਸੇ ਨਾਲ ਮੈਂ ਆਪਣੇ ਰੂਮ ਵਿੱਚ ਗਈ।
I decided to inform the topmost person in telco management about the injustice the company was perpetrating. ठीक है, मतलब मैं डिसाइड किया कि ਜਿਹੜਾ ਵੀ ਟੈਲਕੋ ਕੰਪਨੀ ਹੈ ਉਹਦੇ ਤੇ ਟੌਪ ਤੇ ਸ਼ਿਖਰ ਤੇ ਬੰਦਾ ਹੋਏਗਾ ਮੈਨੇਜਮੈਂਟ ਵਿੱਚ, ਉਸ ਨੂੰ ਮੈਂ ਉਹਨਾਂ ਦੁਆਰਾ ਕੀਤਾ ਗਿਆ ਜਿਹੜਾ ਅਨਿਆਏ ਹੈ ਕੀਤਾ ਜਾ ਰਿਹਾ ਅਨਿਆਏ ਹੈ ਜੋ ਵੀ ਇੱਕ ਬੁਰਾ ਕੰਮ ਹੈ ਇਸ ਦੇ ਬਾਰੇ ਵਿੱਚ ਮੈਂ ਉਹਨਾਂ ਨੂੰ ਇਨਫੋਰਮ ਕਰਾਂਗੀ। ਠੀਕ ਹੈ, ਪਰਪੀਟ੍ਰੇਟਿੰਗ ਮਤਲਬ ਹੁੰਦਾ ਹੈ ਬੁਰਾ ਕੰਮ। ਠੀਕ ਹੈ, I got a postcard and started to write, but there was a problem. I didn't know who headed telco. ठीक है, मतलब मैं एक पोस्ट कार्ड लिया और मैं लिखना स्टार्ट कर ਦਿੱਤਾ, लेकिन प्रॉब्लम उन्होंने एक प्रॉब्लम आ रही सी कि उन्होंने पता ही नहीं सीगा कि टेलको ਦਾ हेड कौन है। I thought it must be one of the Tatas. उन्होंने सोचा कि कोई टाटा ही होएगा, टाटा ग्रुप ऑफ इंडस्ट्रीज है उन्होंने चो ही कोई टाटा होएगा। ठीक है, आई न्यू JRD टाटा वॉज द हैड ऑफ द टाटा ग्रुप। मैनू पता सीगा कि JRD टाटा जेडे है वो टाटा ग्रुप दे हैड ने। ठीक है, आई हैड सीन हिज पिक्चर्स इन न्यूज़पेपर। हुण मैं उन्हां दी पिक्चर्स जिहड़ी फोटोआं है मैं न्यूज़पेपर च देखियां सी। एक्चुअली सुमंत मुंगल वो कहते असली विच जिहड़े ना उस कंपनी दे चेयरमैन उस टाइम सुमंत मुलगोकर सीगे। ठीक है, ब्रैकेट विच लिख रहे ने कि मतलब उस उन्होंने पता नहीं सीगा पर दैट टाइम वो चेयरपर्सन सीगे। आई टुक द कार्ड एड्रेस्ड इट टू JRD एंड स्टार्टेड राइटिंग। मैं मतलब उन्होंने मतलब मैं कार्ड लिया और एड्रैस करना मतलब किनू संबोधित किया उन्होंने JRD नूं, जो टाटा ग्रुप्स के हैड सीगे ना JRD, मैं उन्होंने संबोधित कर दिता। ठीक है, और मैं लिखना शुरू किया। टू दिस डे आई रिमेंबर क्लीयरली वट आई रोट। मतलब मैनू अज तक याद है कि मैं उस पोस्ट कार्ड ते की लिखिया सीगा। द ग्रेट टाटास हैव ऑलवेज बीन पायनियर्स। दे आर द पीपल हु started the basic infrastructure industries in India such as iron and steel, chemical, textile and locomotives। ਇਹਦੇ ਵਿੱਚੋਂ ਦੱਸ ਰਹੇ ਨੇ ਕਿ ਜਿਹੜੇ ਮਹਾਨ ਟਾਟਾਜ਼ ਨੇ ਉਹ ਹਮੇਸ਼ਾ ਦੂਜਿਆਂ ਨੂੰ ਰਾਹ ਵਿਖਾਉਣ, ਪਾਇਨੀਅਰ ਹੁੰਦੇ ਜਿਹੜੇ ਦੂਜਿਆਂ ਨੂੰ ਰਾਹ ਵਿਖਾਉਂਦੇ ਆ। ਠੀਕ ਹੈ, ਰਸਤਾ ਦਿਖਾਉਂਦੇ ਆ। ਦੇ ਆਰ ਦ ਪੀਪਲ ਹੂ ਸਟਾਰਟਡ, ਇਹ ਉਹ ਲੋਕ ਨਾ ਹਨ ਜਿਨ੍ਹਾਂ ਨੇ ਬੁਨਿਆਦੀ ਜਿਹੜਾ ਢਾਂਚਾਗਤ ਜਿਹੜੀ ਇੰਡਸਟਰੀ ਹੈ ਉਦਯੋਗ ਜਿਹੜਾ ਹੈ ਇੰਡੀਆ ਵਿੱਚ ਉਹ ਸ਼ੁਰੂ ਕੀਤਾ, ਜਿਵੇਂ ਲੋਹੇ ਦਾ, ਇਸਪਾਤ ਦਾ, ਕੈਮੀਕਲਸ ਦਾ, ਕੱਪੜੇ ਦਾ, ਲੋਕੋਮੋਟਿਵ ਹੁੰਦੇ ਆ ਇੰਜਨ, ਜਿਹੜੇ ਆਪਾਂ ਗੱਡੀਆਂ 'ਚ ਇੰਜਨ ਹੁੰਦੇ ਨਾ ਉਹਨਾਂ ਦੀ ਪ੍ਰੋਡਕਸ਼ਨ। ਠੀਕ ਹੈ, ਸੋ ਹਰ ਕੰਮ ਵਿੱਚ ਮੋਹਰੀ ਰਹੇ ਨੇ, ਉਹਨਾਂ ਨੇ ਇੰਡੀਆ ਨੂੰ ਤਰੱਕੀ ਦੇ ਰਾਹ ਵਿੱਚ ਮਤਲਬ ਪਹੁੰਚਾਇਆ ਹੈ। ਦੇ ਹੈਵ ਕੇਅਰਡ ਫॉर ਹਾਇਰ ਐਜੂਕੇਸ਼ਨ ਇਨ ਇੰਡੀਆ ਸਿੰਸ 1900 ਐਂਡ ਦੇ ਵਰ ਰਿਸਪੋਂਸਿਬਲ ਫॉर ਦ ਇਸਟੈਬਲਿਸ਼ਮੈਂਟ ਆਫ ਦ ਇੰਡੀਅਨ ਇੰਸਟੀਚਿਊਟ ਆਫ ਸਾਇੰਸ। ਕਿ ਉਹਨਾਂ ਨੇ ਪੂਰਾ ਧਿਆਨ ਦਿੱਤਾ ਹੈ ਇੰਡੀਆ ਵਿੱਚ ਅੱਗੇ ਜਿਹੜੀ ਆਪਾਂ ਹਾਇਰ ਐਜੂਕੇਸ਼ਨ ਕਹੀਏ ਉੱਚ ਸਿੱਖਿਆ ਦੇ ਲਈ ਕਾਫੀ ਯੋਗਦਾਨ ਹੈ ਉਹਨਾਂ ਦਾ। ਉਹਨਾਂ ਦੁਆਰਾ ਹੀ ਜਿਹੜਾ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਹੈ ਉਹਦੀ ਸਥਾਪਨਾ ਹੋਈ ਸੀ। ਆਈ ਸਟੱਡੀ ਦੇਅਰ, ਉਹਨਾਂ ਨੇ ਲਾਸਟ ਲਿਖਿਆ ਕਿ ਮੈਂ ਹੀ ਉੱਥੇ ਹੀ ਪੜ੍ਹਦੀ ਹਾਂ। ਬਟ ਆਈ ਐਮ ਸਰਪ੍ਰਾਈਜ਼ਡ ਹਾਊ ਅ ਕੰਪਨੀ ਸਚ ਐਸ ਟੈਲਕੋ ਇਜ਼ ਡਿਸਕ੍ਰਿਮੀਨੇਟਿੰਗ ਔਨ ਦ ਬੇਸਿਸ ਆਫ ਜੈਂਡਰ। ਕਿ ਮੈਨੂੰ ਬਹੁਤ ਹੈਰਾਨੀ ਹੋਈ ਕਿ ਇੱਕ ਕੰਪਨੀ ਟੈਲਕੋ ਵਰਗੀ ਕੰਪਨੀ ਜਿਹੜੀ ਹੈ ਉਹ ਲਿੰਗ ਦੇ ਆਧਾਰ 'ਤੇ ਪੱਖਪਾਤ कर रही है। ठीक है, I posted the letter and forgot about it. Less than 10 days later I received a telegram। ठीक है, मतलब वो कहते हैं कि मैं ਲੈਟਰ ਪੋਸਟ ਕਰ ਦਿੱਤਾ ਔਰ ਇਸ ਦੇ ਬਾਰੇ 'ਚ ਭੁੱਲ ਗਈ। ਔਰ ਲੈਸ ਦੈਨ 10 ਡੇਜ਼ ਮਤਲਬ 10 ਦਿਨਾਂ ਤੋਂ ਵੀ ਘੱਟ ਸਮੇਂ ਵਿੱਚ ਆਈ ਰਿਸੀਵਡ ਅ ਟੈਲੀਗ੍ਰਾਮ, ਮੈਨੂੰ ਇੱਕ ਟੈਲੀਗ੍ਰਾਮ ਪ੍ਰਾਪਤ ਹੋਇਆ ਸਟੇਟਿੰਗ, ਜਿਹਦੇ ਵਿੱਚ ਲਿਖਿਆ ਸੀਗਾ ਦੈਟ ਆਈ ਹੈਡ ਟੂ ਅਪੇਅਰ ਫॉर ਐਨ ਇੰਟਰਵਿਊ। ਮੈਨੂੰ ਇੱਕ ਇੰਟਰਵਿਊ ਲਈ ਬੁਲਾਇਆ ਗਿਆ ਸੀਗਾ ਐਟ ਟੈਲਕੋ ਪੁਣੇ ਆਫਿਸ, ਟੈਲਕੋ ਦੇ ਪੁਣੇ ਵਾਲੇ ਆਫਿਸ ਜੋ ਉਹਨਾਂ ਦੀ ਪੁਣੇ 'ਚ ਬ੍ਰਾਂਚ ਸੀ, ਐਟ ਕੰਪਨੀਜ਼ ਐਕਸਪੈਂਸ। ਇਹਦਾ ਮਤਲਬ ਹੈ ਕਿ ਕੰਪਨੀ ਦੇ ਖਰਚੇ 'ਤੇ ਮੈਨੂੰ ਇੰਟਰਵਿਊ ਲਈ ਬੁਲਾਇਆ ਗਿਆ। ਆਈ ਵਾਜ਼ ਟੇਕਨ ਅਬੈਕ ਬਾਏ ਦ ਟੈਲੀਗ੍ਰਾਮ। ਮੈਨੂੰ ਉਸ ਟੈਲੀਗ੍ਰਾਮ ਨੂੰ ਪੜ੍ਹ ਕੇ ਬੜੀ ਹੈਰਾਨੀ ਹੋਈ। ਮਾਈ ਹੋਸਟਲ ਮੇਟਸ told me I should use the opportunity to go to Pune free of cost and buy them famous Pune sarees for cheap। ਕਿ ਮਤਲਬ ਮੈਨੂੰ ਉਹ ਟੈਲੀਗ੍ਰਾਮ ਪੜ੍ਹ ਕੇ ਬਹੁਤ ਹੈਰਾਨੀ ਹੋਈ ਕਿ ਮੈਂ ਤਾਂ ਮਤਲਬ ਉਹਨਾਂ ਨੂੰ ਇੰਨਾ ਕੁਝ ਸੁਣਾਇਆ ਸੀਗਾ ਕਿ ਮਤਲਬ ਤੁਸੀਂ ਇਨਜਸਟਿਸ ਕੀਤੀ ਹੈ ਇਹ ਉਹ, ਅਤੇ ਉਹ ਉਹਨਾਂ ਨੇ ਮੈਨੂੰ ਮਤਲਬ ਮੈਨੂੰ ਇੰਟਰਵਿਊ ਦੇ ਲਈ ਕਾਲ ਆ ਗਈ ਤਾਂ ਸੋ ਇਸ ਕਰਕੇ ਉਹਨਾਂ ਨੂੰ ਬਹੁਤ ਹੈਰਾਨੀ ਹੋਈ।
ਤੇ ਉਹਨਾਂ ਦੀ ਜਿਹੜੀ ਹੋਸਟਲਮੇਟ ਸੀਗੀਆਂ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਇਹ ਤੁਹਾਡੇ ਲਈ ਇੱਕ ਅੱਛੀ ਅਪੋਰਚੁਨਿਟੀਜ਼ ਹੈ, ਤੁਹਾਡੇ ਲਈ ਅੱਛਾ ਮੌਕਾ ਹੈ ਕਿ ਤੁਸੀਂ, ਕਿਉਂਕਿ ਉਹਨਾਂ ਨੂੰ ਕੰਪਨੀ ਦੇ ਖਰਚੇ 'ਤੇ ਬੁਲਾਇਆ ਜਾ ਰਿਹਾ ਸੀ, ਤਾਂ ਕਹਿੰਦੇ ਉਹ ਪੁਣੇ ਤੁਸੀਂ ਫ੍ਰੀ ਜਾਓ ਅਤੇ ਸਾਡੇ ਲਈ ਪੁਣੇ ਦੀ ਸਸਤੀ ਜਿਹੜੀ ਉੱਥੇ ਸਸਤੀਆਂ ਮਿਲਦੀਆਂ ਸਾੜੀਆਂ ਅਤੇ ਉਹ ਸਾਡੇ ਲਈ ਜ਼ਰੂਰ ਲੈ ਕੇ ਆਓ। ਠੀਕ ਹੈ, ਸੋ ਇਹ ਸੀਗਾ ਸਾਡੇ ਲੈਸਨ ਦਾ ਪਾਰਟ 1। ਠੀਕ ਹੈ, ਮੈਂ ਤੁਹਾਨੂੰ ਅੱਜ ਇੱਕ ਅੱਧਾ ਲੈਸਨ ਪੜ੍ਹਾ ਦਿੱਤਾ, ਇਹ ਪਾਰਟ 1 ਹੈ। ਨੈਕਸਟ ਪਾਰਟ 2 ਮੈਂ ਫਿਰ ਅਗਲੀ ਵੀਡੀਓ ਵਿੱਚ ਪਾਵਾਂਗੀ। ਠੀਕ ਹੈ, ਐਂਡ ਨਾਓ ਫॉर दैट ਥੈਂਕ ਯੂ ਸਭ ਨੂੰ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੋਪਫੁਲੀ ਮੈਂ ਲੈਸਨ ਠੀਕ ਤਰ੍ਹਾਂ ਤੁਹਾਨੂੰ ਐਕਸਪਲੇਨ ਕਰ ਪਾਈ। ਠੀਕ ਹੈ, ਅਤੇ ਇਸੇ ਤਰ੍ਹਾਂ ਮੈਂ ਤੁਹਾਡੀ ਹੈਲਪ ਕਰਦੀ ਰਹਾਂ। ਇਹਦੇ ਲਈ ਮੇਰੇ ਚੈਨਲ ਐਜੂਸਾਈਡ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਥੈਂਕ ਯੂ।